ਸਤਿ ਸ਼੍ਰੀ ਅਕਾਲ ਜੀ। ਮੈਂ ਅਧਿਆਪਕ ਤੁਹਾਡਾ ਸਵਾਗਤ ਕਰਦਾ ਹਾਂ ਮੇਰੇ ਇਸ YouTube ਚੈਨਲ ਕਲਟੀਵੇਸ਼ਨ ਆਫ ਮਾਈਂਡ 'ਤੇ। ਅੱਜ ਅਸੀਂ ਨੈਕਸਟ ਲੈਕਚਰ ਕਰਨ ਜਾ ਰਹੇ ਹਾਂ ਲਿਮਿਟ ਐਂਡ ਕੰਟੀਨਿਊਟੀ ਚੈਪਟਰ ਦਾ। ਇਸ ਚੈਪਟਰ ਦੇ ਵਿੱਚ ਅਸੀਂ ਸਟੈਂਡਰਡ ਰਿਜ਼ਲਟਸ ਕਰਾਂਗੇ ਅਤੇ ਥਿਊਰਮਸ ਦੀ ਸਟੇਟਮੈਂਟਸ ਕਰਾਂਗੇ, ਜਿਹਦੇ ਨਾਲ ਅਸੀਂ MCQs ਨੂੰ ਈਜ਼ੀਲੀ ਸੋਲਵ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਰਿਜ਼ਲਟ ਹੈ ਜਿਹਦੇ ਵਿੱਚ ਲਿਮਿਟ x ਅਪਰੋਚਿਸ ਟੂ 0 1 ਪਲੱਸ fx ਦੀ ਪਾਵਰ gx। ਇੱਥੇ ਰਜੇ fx ਅਤੇ gx ਸਾਡੇ ਕੋਲ ਫੰਕਸ਼ਨਸ ਦੇ ਰੱਖੇ ਨੇ ਦੋ, ਤਾਂ ਉਹ ਬਰਾਬਰ ਹੋਵੇਗਾ e ਦੀ ਪਾਵਰ ਲਿਮਿਟ x ਅਪਰੋਚਿਸ ਟੂ 0 ਦੇ fx ਦੀ ਮਲਟੀਪਲਾਈ ਕਰ ਦਾਂਗੇ gx ਦੇ ਨਾਲ। ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਐਗਜ਼ਾਮਪਲ 1 ਦੇ ਵਿੱਚ ਸਾਨੂੰ ਸਟੇਟਮੈਂਟ ਦੇ ਰੱਖੀ ਹੈ, ਅਗਰ ਇਸ ਦੇ ਉੱਪਰ ਅਸੀਂ ਫਸਟ ਸਟੈਂਡਰਡ ਰਿਜ਼ਲਟ ਅਪਲਾਈ ਕਰਨਾ ਹੋਵੇ ਤਾਂ ਸਾਡੇ ਕੋਲ ਆ ਜਾਊ e ਦੀ ਪਾਵਰ ਲਿਮਿਟ x ਅਪਰੋਚਿਸ ਟੂ 0 ਫੰਕਸ਼ਨ fx ਸਾਡੇ ਕੋਲ ਇੱਥੇ ਵੈਲਿਊ ਦੇ ਰੱਖੀ ਹੈ x, ਅਤੇ ਫੰਕਸ਼ਨ gx ਦੀ ਵੈਲਿਊ ਸਾਨੂੰ ਦੇ ਰੱਖੀ ਹੈ 1/x ਦੇ ਇਕੁਅਲ। ਤਾਂ ਸਾਡੇ ਕੋਲ ਆਨਸਰ ਆ ਜਾਊਗਾ e ਦੀ ਪਾਵਰ 1 ਜੋ ਬਰਾਬਰ ਹੈ e ਦੇ। ਤਾਂ ਬਹੁਤ ਈਜ਼ੀ ਹੋ ਜਾਂਦਾ ਕੁਐਸਚਨ ਨੂੰ ਸੋਲਵ ਕਰਨਾ ਅਗਰ ਸਾਡੇ ਕੋਲ ਸਟੈਂਡਰਡ ਰਿਜ਼ਲਟਸ ਸ਼ਾਰਟਕਟਸ ਹੋਣ। ਵੈਸੇ ਮੈਂ ਪ੍ਰੈਫਰੈਂਸ ਨਹੀਂ ਕਰਦਾ ਜ਼ਿਆਦਾਤਰ ਸ਼ਾਰਟਕਟਸ ਨੂੰ ਯਾਦ ਰੱਖਣ ਲਈ, ਲੇਕਿਨ ਅਜੇ ਕੁਝ ਸਵਾਲ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਅਗਰ ਆਪਾਂ ਪ੍ਰੋਸੀਜਰ ਦੇ ਨਾਲ ਥਰੂ ਚੱਲੀਏ, ਸਟੈਂਡਰਡ ਪ੍ਰੋਸੀਜਰ ਦੇ ਨਾਲ ਥਰੂ ਕਰੀਏ ਉਹਨੂੰ, ਤਾਂ ਬਹੁਤ ਲੈਂਥੀ ਬਣ ਜੂ, ਸੋਲਵ ਕਰਨਾ ਪੋਸੀਬਲ ਹੀ ਨਹੀਂ ਐਗਜ਼ਾਮ ਦੇ ਵਿੱਚ। ਸੈਕਿੰਡ ਰਿਜ਼ਲਟ ਜਿਹੜਾ ਹੈ ਉਹਦੇ ਵਿੱਚ ਅਸੀਂ ਕੁਝ ਨਹੀਂ, ਐਕਸ ਜਿਹੜਾ ਹੈ ਇਨਫਿਨਿਟੀ ਨੂੰ ਅਪਰੋਚ ਕਰ ਰਿਹਾ, ਬਾਕੀ ਸਾਰਾ ਪ੍ਰੋਸੈਸ ਸੇਮ ਹੈ। ਤਾਂ ਸੈਕਿੰਡ ਜਦੋਂ ਅਪਲਾਈ ਕਰਾਂਗੇ, ਐਗਜ਼ਾਮਪਲ ਦੇਖ ਲੈਂਦੇ ਹਾਂ ਸੈਕਿੰਡ ਸਟੈਂਡਰਡ ਰਿਜ਼ਲਟ ਦੇ ਨਾਲ ਰਿਲੇਟਡ। ਲੈਫਟ ਹੈਂਡ ਸਾਈਡ 'ਤੇ ਸਾਡੇ ਕੋਲ ਲਿਮਿਟ ਦੇ ਰੱਖੀ ਹੈ ਅਤੇ ਫੰਕਸ਼ਨ ਦੇ ਰੱਖਿਆ, ਤਾਂ ਉਹਨੂੰ ਅਸੀਂ ਲਿਖਾਂਗੇ e ਦੀ ਪਾਵਰ ਲਿਮਿਟ x ਅਪਰੋਚਿਸ ਟੂ ਇਨਫਿਨਿਟੀ। ਹੁਣ ਇੱਥੇ ਲਿਖਾਂਗੇ fx ਜੋ ਸਾਡੇ ਕੋਲ ਦੇ ਰੱਖਿਆ ਰਜੇ 1/x ਦੇ ਇਕੁਅਲ, ਇਨਟੂ ਮਲਟੀਪਲਾਈ ਕਰ ਦਾਂਗੇ gx ਜੋ x ਦੇ ਬਰਾਬਰ ਦੇ ਰੱਖਿਆ। ਤਾਂ ਇੱਥੇ ਵੀ ਸਾਡੇ ਕੋਲ ਵੈਲਿਊ ਆ ਗਈ e ਦੀ ਪਾਵਰ 1 ਯਾਨੀ ਕਿ e। ਤਾਂ ਇਸ ਜਿਹੜੀ ਹੈ ਲਿਮਿਟ ਦੀ ਵੈਲਿਊ ਆ ਗਈ ਆਪਣੇ ਕੋਲ e ਆ ਗਈ। ਇਸ ਲਿਮਿਟ ਦੀ ਵੈਲਿਊ ਉੱਪਰ ਵਾਲੇ ਕੁਐਸਚਨ ਦੀ ਉਹਦੀ ਵੀ e ਆਈ ਸੀ। ਤਾਂ ਇੱਥੋਂ ਇੱਕ ਹੋਰ ਰਿਜ਼ਲਟ ਜਿਹੜਾ ਤੁਹਾਡੇ ਕੋਲ ਬਣ ਜਾਂਦਾ ਹੈਗਾ, ਸਟੈਂਡਰਡ ਰਿਜ਼ਲਟ ਜਿਹੜਾ ਇੱਕ ਹੋਰ ਬਣ ਜਾਂਦਾ ਰਾਜੇ, ਉਹ ਕੀ ਹੈਗਾ ਕਿ ਜਦੋਂ ਸਾਡੇ ਕੋਲ ਇਸ ਤਰ੍ਹਾਂ ਦਿੱਤਾ ਹੋਵੇ ਲਿਮਿਟ x ਅਪਰੋਚਿਸ ਟੂ 0 1 ਪਲੱਸ x, ਅਤੇ ਫਿਰ ਪਾਵਰ ਦੇ ਵਿੱਚ ਉਹੀ ਫੰਕਸ਼ਨ ਦਾ ਰੈਸੀਪ੍ਰੋਕਲ ਹੋਵੇ, ਉਹ ਬਰਾਬਰ ਹੁੰਦਾ ਹੈ ਲਿਮਿਟ ਜਦੋਂ x ਅਪਰੋਚ ਕਰਦੀ ਹੈ ਇਨਫਿਨਿਟੀ ਨੂੰ। ਇਸੇ ਤਰ੍ਹਾਂ ਹੀ ਜਦੋਂ ਸਾਡੇ ਕੋਲ ਫੰਕਸ਼ਨ 1/x ਦਿੱਤਾ ਹੋਵੇ ਅਤੇ ਉਹਦੀ ਜਿਹੜੀ ਪਾਵਰ ਹੈ ਉਹ ਰੈਸੀਪ੍ਰੋਕਲ ਹੋਵੇ fx ਦੇ, ਜਿਹਨੂੰ ਅਸੀਂ gx ਕਹਿੰਦੇ ਹਾਂ, ਤਾਂ ਉਹਦਿਆਂ ਦੋਨਾਂ ਦੀ ਜਿਹੜੀ ਵੈਲਿਊ ਹੈ ਲਿਮਿਟ ਦੀ ਉਹ ਬਰਾਬਰ ਹੋਊਗੀ ਰਾਜੇ e ਦੇ। ਇਹ ਵੀ ਇੱਕ ਤਰ੍ਹਾਂ ਦਾ ਸਟੈਂਡਰਡ ਰਿਜ਼ਲਟ ਹੈ ਸਾਡੇ ਕੋਲ। ਨੈਕਸਟ ਸਾਡੇ ਕੋਲ ਕੀ ਹੈ ਰਾਜੇ, ਐਗਜ਼ਾਮਪਲ ਹੈ, ਕਹਿੰਦੇ ਜ਼ਰੂਰੀ ਨਹੀਂ ਇੱਥੇ x ਹੋਵੇ ਇਕੱਲਾ, ਅਤੇ ਜ਼ਰੂਰੀ ਨਹੀਂ ਜਿਹੜੀ gx ਹੈ ਉਹ ਆਪਣੇ ਕੋਲ ਉਹ ਵੀ x ਹੋਵੇ। ਤੁਹਾਡੇ ਕੋਲ 5x ਹੋ ਸਕਦਾ, 3x ਹੋ ਸਕਦਾ, 2x ਹੋ ਸਕਦਾ, ਲੇਕਿਨ 1 ਪਲੱਸ fx ਹੋਣਾ ਚਾਹੀਦਾ ਹੈ ਅਤੇ ਉਹਦੀ ਪਾਵਰ gx ਹੋਣੀ ਚਾਹੀਦੀ ਹੈ। ਅਸੀਂ ਸਿਰਫ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਠੀਕ ਹੈ। ਇਹਨੂੰ ਅਸੀਂ ਲਿਖ ਸਕਦੇ ਹਾਂ e ਦੀ ਪਾਵਰ ਲਿਮਿਟ x ਅਪਰੋਚਿਸ ਟੂ 0 fx ਇੰਟੂ gx, ਤਾਂ 5x ਮਲਟੀਪਲਾਈ ਬਾਏ 1/3x। ਤਾਂ ਆਪਣੇ ਕੋਲ ਆਨਸਰ ਆ ਜੂ ਜੇ e ਦੀ ਪਾਵਰ ਲਿਮਿਟ x ਅਪਰੋਚਿਸ ਟੂ 0, x ਨਾਲ ਸਾਡੇ ਕੋਲ x ਕੈਂਸਲ ਆਊਟ ਹੋ ਗਿਆ, 5 ਅਪੋਨ ਕਿੰਨਾ ਆ ਗਿਆ 3, ਤਾਂ ਕਿੰਨਾ ਆਨਸਰ ਆ ਗਿਆ e ਦੀ ਪਾਵਰ 5/3 ਆ ਗਿਆ। ਨੈਕਸਟ ਐਗਜ਼ਾਮਪਲ ਹੈ ਸਾਡੇ ਕੋਲ ਲਿਮਿਟ 1 ਪਲੱਸ 1/5x ਦੀ ਪਾਵਰ 3x। ਇਹਨੂੰ ਅਸੀਂ ਲਿਖ ਸਕਦੇ ਹਾਂ e ਦੀ ਪਾਵਰ ਲਿਮਿਟ x ਅਪਰੋਚਿਸ ਟੂ 0 1/5x, ਜਿਸ ਨੂੰ ਅਸੀਂ fx ਮੰਨਦੇ ਹਾਂ, ਮਲਟੀਪਲਾਈ ਕਰਾਂਗੇ gx ਦੇ ਨਾਲ। ਇਹਦਾ ਆਨਸਰ ਵੀ ਦੇਖੋ e ਦੀ ਪਾਵਰ 3/5 ਆ ਗਿਆ। ਕਹਿਣ ਦਾ ਮਤਲਬ ਰਾਜੇ ਤੁਹਾਡੇ ਕੋਲ ਅਗਰ ਸਟੈਂਡਰਡ ਰਿਜ਼ਲਟ ਨੇ ਯਾਦ ਨੇ ਤਾਂ ਤੁਸੀਂ 1 ਮਿੰਟ ਦੇ ਵਿੱਚ ਆਨਸਰ ਸੋਲਵ ਕਰ ਸਕਦੇ ਹੋ। ਉਸ ਤੋਂ ਬਾਅਦ ਰਾਜੇ ਸਾਡੇ ਕੋਲ ਆਉਂਦੇ ਆ ਸਮ ਬੇਸਿਕ ਵੈਲਿਊਜ਼। ਇਹ ਜਿਹੜੀ ਵੈਲਿਊਜ਼ ਨੇ ਇਹਨਾਂ ਬਾਰੇ ਅਸੀਂ ਸੀਕੁਐਂਸ ਚੈਪਟਰ ਦੇ ਵਿੱਚ ਵੀ ਡਿਟੇਲ ਨਾਲ ਪੜ੍ਹਾਂਗੇ। ਇਸ ਚੈਪਟਰ ਦੇ ਵਿੱਚ ਪੜ੍ਹਨ ਦਾ ਕਾਰਨ ਇਹ ਹੈ ਕਿ ਜਦੋਂ ਕਿਸੇ ਵੀ ਨੰਬਰ ਦੀ ਪਾਵਰ ਇਨਫਿਨਿਟੀ ਆ ਜਾਂਦੀ ਹੈ ਤਾਂ ਸਾਡੇ ਕੋਲ ਕਿਹੜੇ ਕਿਹੜੇ ਕੇਸ ਬਣ ਸਕਦੇ ਨੇ ਉਹਦੇ ਬਾਰੇ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ 1 ਦੀ ਪਾਵਰ ਇਨਫਿਨਿਟੀ ਹੈ। 1 ਦੀ ਪਾਵਰ ਇਨਫਿਨਿਟੀ ਇਨਡਿਟਰਮੀਨੇਟ ਫਾਰਮ ਹੈ, ਉਸ ਦਾ ਕੀ ਕਾਰਨ ਹੈ ਮੈਂ ਦੱਸ ਦਿੰਦਾ। ਬਾਕੀ ਵੀ ਇਹਦੇ ਨਾਲ ਰਿਲੇਟਡ ਹੀ ਕੰਸੈਪਟ ਨਹੀਂ ਰਾਜੇ। 1 ਦੀ ਪਾਵਰ ਅਗਰ 1 ਹੈ ਤਾਂ ਉਹਦਾ ਆਨਸਰ 1 ਆਊਗਾ। 1 ਦੀ ਪਾਵਰ ਅਗਰ 27 ਹੈ ਉਹਦਾ ਆਨਸਰ ਵੀ 1 ਆਊਗਾ। 1 ਦੀ ਪਾਵਰ ਅਗਰ -19 ਹੈ ਉਹਦਾ ਆਨਸਰ ਵੀ 1 ਆਊਗਾ। ਅਗਰ ਗੱਲ ਕਰੀਏ ਇਨਫਿਨਿਟੀ ਐਜ਼ ਆ ਪਾਵਰ, ਕਿ ਇਨਫਿਨਿਟੀ ਪਾਵਰ ਦੇ ਵਿੱਚ ਹੋਵੇ, ਤਾਂ ਕਹਿੰਦੇ 2 ਦੀ ਪਾਵਰ ਇਨਫਿਨਿਟੀ ਹੁੰਦਾ, 27 ਦੀ ਪਾਵਰ ਇਨਫਿਨਿਟੀ ਹੁੰਦਾ, 29 ਦੀ ਪਾਵਰ ਇਨਫਿਨਿਟੀ ਵੀ ਇਨਫਿਨਿਟੀ ਹੁੰਦਾ, ਅਤੇ ਕਹਿੰਦੇ 750 750 ਦੀ ਪਾਵਰ ਵੀ ਇਨਫਿਨਿਟੀ ਹੀ ਆਊਗਾ ਆਨਸਰ ਸਾਡੇ ਕੋਲ। ਹੁਣ ਇੱਥੇ ਜਿਹੜਾ ਸਾਡੇ ਕੋਲ ਨਾ ਦੋ ਕਨਫਿਊਜ਼ਨ ਕ੍ਰੀਏਟ ਹੋ ਗਈਆਂ ਜਦੋਂ ਅਸੀਂ 1 ਦੀ ਪਾਵਰ ਇਨਫਿਨਿਟੀ ਕੀਤੀ। 1 ਇਹੋ ਜਿਹਾ ਫੰਕਸ਼ਨ ਹੈ ਜਿਹਦੀ ਪਾਵਰ ਕੁਝ ਵੀ ਕਰ ਦਿਓ 1 ਹੀ ਆ ਰਿਹਾ, ਇਹ ਅਸੀਂ ਦੇਖਿਆ
कि ਨੈਗੇਟਿਵ ਪਾਵਰ ਕਰ ਦਿਓ ਪੋਜ਼ਿਟਿਵ ਕਰ ਦਿਓ 1 ਦਾ ਆਨਸਰ 1 ਹੀ ਆਊਗਾ, 1 ਦੀ ਪਾਵਰ ਦਾ ਆਨਸਰ 1 ਹੀ ਆਊਗਾ। ਤਾਂ ਇੱਥੇ 1 ਦੀ ਪਾਵਰ ਇਨਫਿਨਿਟੀ ਦੇ ਵਿੱਚ 1 ਕਹਿੰਦਾ ਵੀ ਮੇਰਾ ਆਨਸਰ ਤਾਂ 1 ਹੀ ਆਊਗਾ, ਕੁਝ ਮਰਜ਼ੀ ਕਰ ਲਓ। ਲੇਕਿਨ ਇਨਫਿਨਿਟੀ ਕਹਿੰਦਾ ਦੂਜੀ ਤਰਫ ਤੁਸੀਂ ਇਹ ਵੀ ਦੇਖੋ ਵੀ ਜਦੋਂ ਕਿਸੇ ਪੋਜ਼ਿਟਿਵ ਨੰਬਰ ਦਾ ਮੈਂ ਪੋਜ਼ਿਟਿਵ ਨੰਬਰ ਦੀ ਪਾਵਰ ਹੁੰਦਾ ਹੈ ਇਨਫਿਨਿਟੀ ਕਹਿੰਦਾ, ਤਾਂ ਮੇਰਾ ਆਨਸਰ ਇਨਫਿਨਿਟੀ ਆਊਗਾ ਭਾਈ, 1 ਨਹੀਂ ਆਊਗਾ। ਤਾਂ ਇੱਥੇ ਸਾਡੇ ਕੋਲ ਦੋ ਰਾਸਤੇ ਬਣ ਗਏ, ਅਸੀਂ ਦੋਨਾਂ 'ਤੇ ਤਾਂ ਨਹੀਂ ਚੱਲ ਸਕਦੇ ਸੀ, ਇਸ ਲਈ ਅਸੀਂ ਡਿਟਰਮੀਨੈਂਟ ਨਹੀਂ ਕਰ ਪਾਏ, ਪਤਾ ਹੀ ਨਹੀਂ ਕਰ ਪਾਏ, ਵੈਲਿਊ ਫਾਈਂਡ ਆਊਟ ਹੀ ਨਹੀਂ ਕਰ ਪਾਏ। ਇਸ ਲਈ ਇਹਨੂੰ ਇਨਡਿਟਰਮੀਨੈਂਟ ਫਾਰਮ ਕਿਹਾ ਜਾਂਦਾ ਹੈ, ਜਦੋਂ ਏ ਦੀ ਵੈਲਿਊ 1 ਹੋਵੇ ਅਤੇ ਉਹਦੀ ਪਾਵਰ ਇਨਫਿਨਿਟੀ ਫਾਈਂਡ ਆਊਟ ਕਰਨਾ ਹੋਵੇ। ਇਸੇ ਤਰ੍ਹਾਂ ਹੀ ਅਗਰ ਸਾਡੇ ਕੋਲ 0 ਦੀ ਪਾਵਰ ਇਨਫਿਨਿਟੀ ਦੀ ਵੈਲਿਊ ਫਾਈਂਡ ਆਊਟ ਕਰਨੀ ਹੈ, ਉਹ ਵੀ ਸਾਡੇ ਕੋਲ ਇਨਡਿਟਰਮੀਨੈਂਟ ਫਾਰਮ ਬਣ ਜਾਂਦੀ ਹੈ ਰਾਜੇ। ਥਰਡ ਕੇਸ ਹੈ ਸਾਡੇ ਕੋਲ, ਕਹਿੰਦੇ a ਅਗਰ ਗ੍ਰੇਟਰ ਦੈਨ 1 ਹੈ ਤਾਂ ਦੱਸੋ a ਦੀ ਪਾਵਰ ਇਨਫਿਨਿਟੀ ਕੀ ਆਊਗੀ, ਇਹਦੀ ਆਨਸਰ ਕੀ ਆਊਗਾ ਸਾਡੇ ਕੋਲ। ਹੁਣ a ਦੀ ਵੈਲਿਊ ਜਦੋਂ ਗ੍ਰੇਟਰ ਦੈਨ 1 ਹੈ ਤਾਂ ਅਸੀਂ ਡਿਸਕਸ ਕੀਤਾ ਵੀ ਉਹਦੀ ਪਾਵਰ ਅਗਰ ਇਨਫਿਨਿਟੀ ਹੈ ਤਾਂ ਆਨਸਰ ਇਨਫਿਨਿਟੀ ਹੀ ਆਊਗਾ। ਤਾਂ a ਦੀ ਪਾਵਰ ਇਨਫਿਨਿਟੀ ਬਰਾਬਰ ਹੋਵੇਗਾ ਇਨਫਿਨਿਟੀ ਦੇ ਜਦੋਂ a ਦੀ ਵੈਲਿਊ 1 ਨਾਲੋਂ ਗ੍ਰੇਟਰ ਹੈ। ਫੋਰਥ ਸਾਡੇ ਕੋਲ ਜਿਹੜੀ ਵੈਲਿਊ ਹੈ ਉਹਦੇ ਵਿੱਚ a ਦੀ ਜਿਹੜੀ ਵੈਲਿਊ ਉਹ ਲਾਈ ਕਰ ਰਹੀ ਹੈ 0 ਤੋਂ 1 ਦੇ ਵਿੱਚ। ਲੈਟ ਸਪੋਜ਼ ਅਸੀਂ a ਦੀ ਵੈਲਿਊ 1/2 ਸਪੋਜ਼ ਕਰ ਲਈ, ਜੋ ਕਿ ਲਾਈ ਕਰ ਰਹੀ ਹੈ 0 ਅਤੇ 1 ਦੇ ਵਿੱਚ। ਹੁਣ ਅਸੀਂ 1/2 ਦੀ ਪਾਵਰ 1 ਲਿੱਤੀ ਸਭ ਤੋਂ ਪਹਿਲਾਂ, ਤਾਂ ਆਨਸਰ ਆ ਗਿਆ 0.5, ਜਾਣੀ ਕਿ 1/2 ਹੀ ਆ ਗਿਆ। ਅਸੀਂ 1/2 ਦੀ ਪਾਵਰ 2 ਕੀਤੀ ਤਾਂ ਆਨਸਰ ਆ ਗਿਆ 1/4, ਤਾਂ ਆਪਾਂ ਕਹਿ ਸਕਦੇ ਹਾਂ 0.25 ਆਨਸਰ ਆ ਗਿਆ। ਠੀਕ ਹੈ ਜੀ, ਜਿਹਨੂੰ ਅਸੀਂ 1/4 ਵੀ ਲਿਖ ਸਕਦੇ ਹਾਂ। ਤਾਂ ਜਿਵੇਂ ਜਿਵੇਂ ਅਸੀਂ ਪਾਵਰ ਵਧਾ ਰਹੇ ਹਾਂ a ਦੀ, a ਨੂੰ ਆਪਾਂ ਕੀ ਮੰਨਿਆ 1/2, ਅਸੀਂ 1/2 ਦੀ ਜਿਵੇਂ ਜਿਵੇਂ ਪਾਵਰ ਵਧਾ ਰਹੇ ਹਾਂ ਉਵੇਂ ਉਵੇਂ ਉਹਦੀ ਵੈਲਿਊ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਪਹਿਲਾਂ 0.25 ਸੀ, ਪਹਿਲਾਂ 0.5 ਸੀ, ਫਿਰ 0.25 ਰਹਿ ਗਈ, ਤਾਂ ਵੈਲਿਊ ਘਟਦੀ ਜਾ ਰਹੀ ਹੈ ਜਿਵੇਂ ਜਿਵੇਂ ਪਾਵਰ ਵੱਧਦੀ ਜਾ ਰਹੀ ਹੈ। ਇਸੇ ਚੱਲਦੇ ਚੱਲਦੇ ਅਸੀਂ 1/2 ਦੀ ਪਾਵਰ ਇਨਫਿਨਿਟੀ ਤੱਕ ਲੈ ਗਏ। ਹੁਣ ਜਿਹੜੀ ਵੈਲਿਊ ਹੋਊਗੀ ਰਾਜੇ ਉਹ ਕੀ ਹੋਊਗੀ, ਬਹੁਤ ਘੱਟ ਹੋਊਗੀ, ਲੋਐਸਟ ਹੋਊਗੀ ਮੈਂ ਕਹਿ ਸਕਦਾ, ਕਿਉਂਕਿ ਆਪਾਂ ਪਾਵਰ ਨੂੰ ਹਾਈਐਸਟ ਲੈ ਗਏ, ਇਨਫਾਈਨਾਈਟ ਲੈ ਗਏ, ਤਾਂ ਵੈਲਿਊ ਕੀ ਆਊਗੀ, ਲੋਐਸਟ ਆਊਗੀ। ਅਤੇ ਲੋਐਸਟ ਵੈਲਿਊ ਕਿੰਨੀ ਆ ਸਕਦੀ ਹੈ, 0 ਆ ਸਕਦੀ ਹੈ। ਇਸ ਲਈ ਜਦੋਂ a ਦੀ ਪਾਵਰ ਇਨਫਿਨਿਟੀ ਫਾਈਂਡ ਆਊਟ ਕਰਨਾ ਹੋਵੇ ਅਤੇ a ਦੀ ਵੈਲਿਊ ਜਿਹੜੀ ਆ ਉਹ 0 ਤੋਂ 1 ਦੇ ਵਿੱਚ ਦੇ ਰੱਖੀ ਹੈ, ਤਾਂ ਅਸੀਂ ਉਹਨੂੰ ਬਰਾਬਰ ਲਿਖਦੇ ਹਾਂ 0 ਦੇ। ਇਹ ਆਪਣੇ ਕੋਲ ਫੋਰਥ ਪੁਆਇੰਟ ਸਾਡਾ ਕਲੀਅਰ ਹੁੰਦਾ ਹੈ। ਸਿਮਿਲਰਲੀ ਸਾਡਾ ਫਿਫਥ ਕੇਸ ਹੈ, ਜਿਹਦੇ ਵਿੱਚ ਅਗਰ ਵੈਲਿਊ a ਦੀ ਲਾਈ ਕਰ ਰਹੀ ਹੈ -1 ਤੋਂ 0 ਦੇ ਵਿੱਚ। ਸਪੋਜ਼ a ਦੀ ਵੈਲਿਊ ਜਿਹੜੀ ਹੈ -1/3 ਲੈ ਲਈਏ, ਤਾਂ ਇਸ ਕੇਸ 'ਚ ਵੀ ਜਦੋਂ ਜੇ a ਦੀ ਪਾਵਰ ਇਨਫਿਨਿਟੀ ਕਰਾਂਗੇ ਤਾਂ ਸਾਡੇ ਕੋਲ ਵੈਲਿਊ 0 ਹੀ ਆਊਗਾ, ਉਹਦਾ ਆਨਸਰ 0 ਹੀ ਆਊਗਾ। ਅਤੇ ਜੇ ਅਗਰ ਸਾਡੇ ਕੋਲ a ਦੀ ਵੈਲਿਊ -1 ਦੇ ਰੱਖੀ ਹੈ ਰਾਜੇ, ਤਾਂ ਸਾਡਾ a ਦੀ ਪਾਵਰ ਇਨਫਿਨਿਟੀ ਦੀ ਵੈਲਿਊ ਹੈ ਉਹ ਔਸੀਲੇਟ ਕਰਦੀ ਹੈ -1 ਤੋਂ 1 ਦੇ ਵਿੱਚ। ਅਤੇ ਜੇ ਅਗਰ ਸਾਡੇ ਕੋਲ a ਦੀ ਵੈਲਿਊ <-1 ਹੈ ਤਾਂ ਉਹਦੀ ਵੈਲਿਊ ਔਸੀਲੇਟ ਕਰਦੀ ਹੈ -ਇਨਫਿਨਿਟੀ ਤੋਂ ਇਨਫਿਨਿਟੀ ਦੇ ਵਿੱਚ। ਤਾਂ ਇਹ ਜਿਹੜੀ ਵੈਲਿਊਜ਼ ਨੇ ਇੰਨੀ ਜ਼ਿਆਦਾ ਮਤਲਬ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ, ਆਪਾਂ ਸੀਕੁਐਂਸ ਚੈਪਟਰ ਦੇ ਵਿੱਚ ਇਹਨਾਂ ਨੂੰ ਕਰਾਂਗੇ। ਲੇਕਿਨ ਇੱਥੇ ਕਈ ਵਾਰ ਹੋ ਸਕਦਾ ਤੁਹਾਨੂੰ ਕੁਐਸਚਨ ਦੇ ਵਿੱਚ ਇੱਦਾਂ ਦਾ ਕੰਸੈਪਟ ਯੂਜ਼ ਹੁੰਦਾ ਹੋਵੇ, ਤਾਂ ਉੱਤੇ ਪਜ਼ਲ ਨਹੀਂ ਹੋਣਾ, ਇਹਨਾਂ ਨੂੰ ਯੂਜ਼ ਕਰਨਾ ਹੈ। ਨੈਕਸਟ ਸਾਡੇ ਕੋਲ ਰਾਜੇ ਇਹ ਤਾਂ ਸੀ ਸਾਡੇ ਕੋਲ ਸਟੈਂਡਰਡ ਵੈਲਿਊਜ਼ ਅਤੇ ਆਪਣੇ ਕੋਲ ਬੇਸਿਕ ਵੈਲਿਊਜ਼। ਨੈਕਸਟ ਰਾਜੇ ਆਪਣੇ ਕੋਲ ਥਿਊਰਮਸ ਨੇ। ਥਿਊਰਮਸ ਦੀਆਂ ਸਟੇਟਮੈਂਟਸ ਅਸੀਂ ਹੀ ਯਾਦ ਕਰਨੀਆਂ ਨੇ, ਕਿਉਂਕਿ ਉਹ ਥਿਊਰਮਸ ਦੀ ਸਟੇਟਮੈਂਟ ਹੀ ਸਾਡੇ ਕੋਲ ਕੰਮ ਆਉਂਦੀਆਂ ਨੇ ਕੁਐਸਚਨਸ ਨੂੰ ਸੋਲਵ ਕਰਨ ਦੇ ਵਿੱਚ। ਫਸਟ ਸਟੇਟਮੈਂਟ ਹੈ ਸਾਡੇ ਕੋਲ ਲਿਮਿਟ x ਅਪਰੋਚਿਸ ਟੂ c k f of x ਬਰਾਬਰ ਕਿਹਦੇ ਦੇ ਰੱਖਿਆ, k ਬਾਹਰ ਲਿਖ ਲਿਆ, ਲਿਮਿਟ x ਅਪਰੋਚਿਸ ਟੂ c f of x where k is any constant value। ਤਾਂ ਅਗਰ ਇਸ ਤਰ੍ਹਾਂ ਦਾ ਤੁਹਾਨੂੰ ਕੁਐਸਚਨ ਆ ਜਾਏ ਜਿਸ ਦੇ ਵਿੱਚ x ਅਪਰੋਚਿਸ ਟੂ 2 7x² ਇੱਦਾਂ ਦਾ ਫੰਕਸ਼ਨ ਦੇ ਰੱਖਿਆ ਨਾ ਤੁਹਾਡੇ ਕੋਲ, x² ਦੇ ਰੱਖਿਆ ਫੰਕਸ਼ਨ, ਤਾਂ ਜੀ ਜਿਹੜਾ ਕੌਨਸਟੈਂਟ ਵੈਲਿਊ ਹੈ ਅਸੀਂ ਇਸ ਨੂੰ ਬਾਹਰ ਲਿਖ ਲਾਂਗੇ ਅਤੇ ਲਿਮਿਟ ਪਤਾ ਕਰਾਂਗੇ ਉਸ ਫੰਕਸ਼ਨ ਦੀ। ਤਾਂ ਕਿ ਆਪਣੇ ਕੋਲ ਕੋਈ ਵੀ ਕੌਨਸਟੈਂਟ ਹੋ ਸਕਦਾ ਹੈ, ਇਹ ਆਪਾਂ ਨੂੰ ਸਿੰਪਲ ਜਿਹਾ ਜਿਹੜਾ ਥਿਊਰਮ ਦਾ ਸਟੇਟਮੈਂਟ ਗਿਵਨ ਹੈ। ਸੈਕਿੰਡ ਸਾਡੇ ਕੋਲ ਹੈ ਲਿਮਿਟ x ਅਪਰੋਚਿਸ ਟੂ c, ਤਾਂ ਦੋ ਫੰਕਸ਼ਨ ਨੂੰ ਅਗਰ ਅਸੀਂ ਐਡ ਕੀਤਾ ਹੋਵੇ ਜਾਂ ਸਬਟਰੈਕਟ ਕੀਤਾ ਹੋਵੇ ਤਾਂ ਅਸੀਂ ਇਕੱਲੇ ਇਕੱਲੇ ਕਰਕੇ ਵੀ ਉਹਨਾਂ ਦੀ ਲਿਮਿਟ ਲਿਖ ਸਕਦੇ ਹਾਂ। ਲੇਕਿਨ ਇੱਥੇ ਇੱਕ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਹੈ, ਅਤੇ ਇਸ ਲਾਈਨ ਦਾ ਮਤਲਬ ਕੀ ਹੈ ਉਹ ਵੀ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਰਾਜੇ ਆਪਣੇ ਕੋਲ ਆਹ LHS ਹੈ ਲੈਫਟ ਹੈਂਡ ਸਾਈਡ, ਇਹ ਆਪਣੇ ਕੋਲ RHS ਹੈ ਇਸ ਸਟੇਟਮੈਂਟ ਦੀ। ਕਹਿੰਦੇ ਜਿਹੜੀ ਅਸੀਂ LHS ਨੂੰ ਛੇੜਖਾਨੀ ਕੀਤੀ ਹੈ, LHS ਨੂੰ ਅਸੀਂ ਅਲੱਗ-ਅਲੱਗ ਕਰ ਦਿੱਤਾ, ਉਹਨੂੰ ਵੰਡ ਦਿੱਤਾ। ਦੋ ਬੱਚੇ ਖੇਡ ਰਹੇ ਸੀ, ਉਹਨਾਂ ਨੂੰ ਅਲੱਗ-ਅਲੱਗ ਕਰਤਾ, ਅਤੇ ਕਹਿੰਦੇ ਤੁਸੀਂ ਵੰਡ ਤਾਂ ਦਿੱਤਾ ਲੇਕਿਨ ਸ਼ਰਤ ਇਹ ਹੈ ਵੀ ਜਿਵੇਂ ਉਹ ਪਹਿਲਾਂ ਬੈਠੇ ਸੀ ਉਵੇਂ ਉਹ ਬਾਅਦ 'ਚ ਬੈਠਣੇ ਚਾਹੀਦੇ। ਕਹਿਣ ਦਾ ਮਤਲਬ ਅਗਰ ਉਹ ਵੈਲਿਡ ਸੀ ਲਿਮਿਟ ਤਾਂ ਵੈਲਿਡ ਹੀ ਹੋਣੀ ਚਾਹੀਦੀ ਜਦੋਂ ਅਸੀਂ ਉਸ ਨੂੰ ਅਲੱਗ-ਅਲੱਗ ਕਰਕੇ ਲਿਖਤਾ। ਇਹਦਾ ਮਤਲਬ ਹੈ ਵੀ ਪ੍ਰੋਵਾਈਡਡ ਲਿਮਿਟ ਔਨ RHS ਐਗਜ਼ਿਸਟ, ਵੀ RHS ਰਾਈਟ ਹੈਂਡ ਸਾਈਡ 'ਤੇ ਜਦੋਂ ਅਸੀਂ ਲਿਮਿਟ ਜਿਹੜੀ ਬਣਾ ਦਿੱਤੀ ਹੈ
ਇਹ ਐਗਜ਼ਿਸਟ ਕਰਨੀ ਚਾਹੀਦੀ ਹੈ ਤਾਂ ਹੀ ਇਹ ਟੁੱਟ ਸਕਦਾ, ਨਹੀਂ ਤਾਂ ਇਹ ਟੁੱਟ ਨਹੀਂ ਸਕਦੇ। ਅਲੱਗ-ਅਲੱਗ ਪਲੱਸ ਮਾਈਨਸ ਨੂੰ ਅਸੀਂ ਲਿਮਿਟ ਨਹੀਂ ਲਿਖ ਸਕਦੇ। ਐਗਜ਼ਾਮਪਲ ਨਾਲ ਸਮਝਾਉਣਾ ਹੈ। ਸਪੋਜ਼ ਸਾਡੇ ਕੋਲ ਫੰਕਸ਼ਨ ਦੇ ਰੱਖਿਆ ਲਿਮਿਟ x ਅਪਰੋਚਿਸ ਟੂ ਸਪੋਜ਼ 2 ਦੇ ਰੱਖਿਆ ਅਤੇ ਫੰਕਸ਼ਨ ਦੇ ਰੱਖਿਆ ਰਾਜੇ x sin x। ਇੱਦਾਂ ਦੇ ਦੋ ਫੰਕਸ਼ਨ ਦੇ ਰੱਖੇ ਨੇ। ਆ ਆਪਣੇ ਕੋਲ fx ਹੈ, ਆ ਆਪਣੇ ਕੋਲ gx ਹੈ। ਤਾਂ ਅਸੀਂ ਕੀ ਕਰਾਂਗੇ, ਲਿਮਿਟ x ਇੱਥੇ ਪਲੱਸ ਲਿਖ ਲਈਏ, ਪਲੱਸ ਮਾਈਨਸ, ਕਿਉਂਕਿ ਅਸੀਂ ਪਲੱਸ ਮਾਈਨਸ ਦੀ ਗੱਲ ਕਰ ਰਹੇ ਹਾਂ। ਅਤੇ ਲਿਮਿਟ x ਅਪਰੋਚਿਸ ਟੂ 2 x ਪਲੱਸ ਮਾਈਨਸ ਲਿਮਿਟ x ਅਪਰੋਚਿਸ ਟੂ 2 sin x। ਇੱਦਾਂ ਲਿਖ ਸਕਦੇ। ਹੁਣ ਜਦੋਂ ਅਸੀਂ ਇਹ 'ਚ ਵੈਲਿਊ ਪੁੱਟ ਕਰਾਂਗੇ ਤਾਂ ਇੱਥੇ 2 ਆ ਜਾਊਗਾ। ਇਹ ਅਸੀਂ ਰੂਲ 2 ਯੂਜ਼ ਕਰ ਰਹੇ ਹਾਂ। ਤਾਂ ਸਾਰੇ ਬੱਚਿਆਂ ਨੇ ਰੂਲ 1 ਰੂਲ 2 ਚੰਗੀ ਤਰ੍ਹਾਂ ਕਰੇ ਹੁਣ, ਉਹਨਾਂ ਦੇ ਬਿਨਾਂ ਲਿਮਿਟ ਦੇ ਕੁਐਸਚਨ ਸੋਲਵ ਹੋ ਹੀ ਨਹੀਂ ਸਕਦੇ। ਪਲੱਸ ਮਾਈਨਸ ਅਤੇ x ਦੀ ਸਾਈਨ x ਦੀ ਜਗ੍ਹਾ 'ਤੇ ਕੀ ਕਰਾਂਗੇ, ਸਾਈਨ 2 ਪੁੱਟ ਕਰ ਦਾਂਗੇ। ਤਾਂ ਤੁਸੀਂ ਦੇਖ ਰਹੇ ਹੋ ਹੁਣ ਸਾਡੀ ਜਿਹੜੀ ਆਹ ਲਿਮਿਟ ਹੈ ਇਹ ਐਗਜ਼ਿਸਟ ਕਰ ਗਈ। ਇਨਫਿਨਿਟੀ ਤਾਂ ਨਹੀਂ ਆਈ ਨਾ, ਤਾਂ ਐਗਜ਼ਿਸਟ ਕਰ ਗਈ ਰਾਜੇ। ਤਾਂ ਇਹਦਾ ਕਹਿਣ ਦਾ ਮਤਲਬ ਹੈ ਵੀ ਜੇ ਤੁਸੀਂ ਅਲੱਗ-ਅਲੱਗ ਕਰਕੇ ਲਿਖਣਾ ਹੈ, ਰਾਈਟ ਹੈਂਡ ਸਾਈਡ ਜਿਹੜੀ ਆ ਆਪਣੀ ਐਗਜ਼ਿਸਟ ਕਰਨੀ ਚਾਹੀਦੀ ਹੈ। ਅਤੇ ਜੇ ਅਗਰ ਅਸੀਂ ਡਾਇਰੈਕਟ ਕਰ ਦਿੰਦੇ ਤਾਂ ਉਹ ਆ ਜਾਂਦਾ ਆਪਣੇ ਕੋਲ ਲਿਮਿਟ x ਅਪਰੋਚਿਸ ਟੂ 2 x 1 ਪਲੱਸ ਸਾਈਨ x। ਇੱਦਾਂ ਸੀ ਨਾ, x 1 ਪਲੱਸ ਮਾਈਨਸ ਸਾਈਨ x। ਤਾਂ ਇਹ ਆਪਣੇ ਕੋਲ ਆ ਜਾਂਦਾ 2 ਪਲੱਸ ਮਾਈਨਸ ਸਾਈਨ 2 ਆ ਜਾਂਦਾ। ਤਾਂ ਇਹ ਆਪਣੇ ਉੱਪਰ ਹੈ ਵੀ ਕਿਹੜਾ ਤਰੀਕਾ ਸੌਖਾ ਲੱਗਦਾ। ਲੇਕਿਨ ਇੱਕ ਸ਼ਰਤ ਜਿਹੜੀ ਜ਼ਰੂਰੀ ਹੈ ਵੀ ਰਾਈਟ ਹੈਂਡ ਸਾਈਡ ਸਾਡੀ ਐਗਜ਼ਿਸਟ ਕਰਨੀ ਚਾਹੀਦੀ ਹੈ। ਟੁੱਟਣ ਤੋਂ ਬਾਅਦ ਦੀ ਗੱਲ ਕਰ ਰਹੇ ਹਾਂ। ਇਹ ਨਾ ਹੋਵੇ ਵੀ ਅਸੀਂ ਉਹਨੂੰ ਤੋੜ ਦਈਏ ਤਾਂ ਆਨਸਰ ਸਾਡਾ ਲਿਮਿਟ ਸੋਲਵ ਕਰਕੇ ਇਨਫਿਨਿਟੀ ਆ ਜਾਏ, ਇਹ ਨਹੀਂ ਹੋਣਾ ਚਾਹੀਦਾ। ਥਰਡ ਜਿਹੜੀ ਸਾਡੇ ਕੋਲ ਰਾਜੇ ਥਿਊਰਮ ਦੀ ਸਟੇਟਮੈਂਟ ਹੈ, ਉਹਦੇ ਵਿੱਚ ਕਹਿੰਦੇ ਆ ਵੀ ਜੇ ਫੰਕਸ਼ਨ ਆਪਸ 'ਚ ਮਲਟੀਪਲਾਈ ਨੇ ਤਾਂ ਵੀ ਉਹਨਾਂ ਨੂੰ ਜਿਹੜਾ ਅਲੱਗ-ਅਲੱਗ ਕਰਕੇ ਲਿਖ ਸਕਦੇ ਹਾਂ। ਲੇਕਿਨ ਉਹੀ ਸ਼ਰਤ ਇੱਥੇ ਵੀ ਲਾਗੂ ਹੁੰਦੀ ਹੈ ਵੀ ਅਲੱਗ-ਅਲੱਗ ਕਰਨ ਤੋਂ ਬਾਅਦ ਜਿਹੜੀ ਹੈ ਸਾਡੀ ਰਾਈਟ ਹੈਂਡ ਸਾਈਡ ਐਗਜ਼ਿਸਟ ਕਰਨੀ ਜ਼ਰੂਰੀ ਹੈ। ਤਾਂ ਆਪਾਂ ਥਰਡ ਦੇਖ ਲੈਂਦੇ ਹਾਂ। ਕਹਿੰਦੇ ਲਿਮਿਟ x ਅਪਰੋਚਿਸ ਟੂ 2। ਇੱਥੇ ਅਸੀਂ ਕੋਈ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਫੰਕਸ਼ਨ ਹੈ ਸਾਡੇ ਕੋਲ a ਦੀ x ਸਾਈਨ x ਪਲੱਸ 3। ਇੱਦਾਂ ਅਸੀਂ ਕੋਈ ਫੰਕਸ਼ਨ ਲੈ ਲਿਆ, ਇਹ ਦੋਨੇ ਆਪਸ 'ਚ ਮਲਟੀਪਲਾਈ ਨੇ, a ਦੀ x ਅਤੇ ਸਾਈਨ x ਪਲੱਸ 3। ਤਾਂ ਅਸੀਂ ਇਹਨੂੰ ਅਗਰ ਡਾਇਰੈਕਟ ਸੋਲਵ ਕਰਨਾ ਤਾਂ ਸਾਡਾ ਆਨਸਰ ਆ ਜੂ a ਦੀ ਪਾਵਰ 2 ਸਾਈਨ 5। ਇਹ ਆਪਾਂ ਡਾਇਰੈਕਟ ਸੋਲਵ ਕੀਤਾ, ਸਿੱਧਾ 2x ਦੀ ਜਗ੍ਹਾ 'ਤੇ 2 ਪੁੱਟ ਕਰਤਾ। ਲੇਕਿਨ ਅਗਰ ਅਸੀਂ ਗੱਲ ਕਰੀਏ ਵੀ ਅਸੀਂ ਅਲੱਗ-ਅਲੱਗ ਕਰਕੇ ਲਿਖਣਾ ਹੈ ਤਾਂ ਉਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ, ਲਿਮਿਟ x ਅਪਰੋਚਿਸ ਟੂ 2 ਸਾਈਨ x ਪਲੱਸ 3। ਜਦੋਂ ਹੁਣ ਅਸੀਂ x ਦੀ ਜਗ੍ਹਾ 'ਤੇ 2 ਪੁੱਟ ਕਰਾਂਗੇ ਤਾਂ ਸਾਡੇ ਕੋਲ ਆ ਜੂ e ਦੀ ਪਾਵਰ 2 ਇੰਟੂ ਸਾਈਨ 5। ਤਾਂ ਆਨਸਰ ਦੇਖੋ ਰਾਜੇ ਸੇਮ ਆ ਰਿਹਾ। ਲੈਫਟ ਹੈਂਡ ਜਿਹੜੀ ਸਾਈਡ ਹੈ ਸਾਡੇ ਕੋਲ ਰਾਈਟ ਹੈਂਡ ਸਾਈਡ ਦੇ ਬਰਾਬਰ ਆ ਰਹੀ ਹੈ। ਕਹਿਣ ਦਾ ਮਤਲਬ ਰਾਈਟ ਹੈਂਡ ਸਾਈਡ ਜਿਹੜੀ ਹੈ ਉਹ ਐਗਜ਼ਿਸਟ ਕਰ ਰਹੀ ਹੈ ਸਾਡੀ। ਤਾਂ ਜ਼ਰੂਰੀ ਨਹੀਂ ਕਿ ਰਾਈਟ ਹੈਂਡ ਸਾਈਡ ਐਗਜ਼ਿਸਟ ਕਰੇ, ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ। ਇਹ ਐਗਜ਼ਾਮਪਲ ਮੈਂ ਫੋਰਥ ਜਿਹੜੀ ਆਪਣੇ ਕੋਲ ਥਿਊਰਮ ਦੀ ਸਟੇਟਮੈਂਟ ਹੈ ਉਹਦੇ ਵਿੱਚ ਤੁਹਾਨੂੰ ਲੈ ਕੇ ਦਿਖਾਉਣਾ ਹੈ ਵੀ ਕਿਸ ਤਰ੍ਹਾਂ ਸਾਡੀ ਰਾਈਟ ਹੈਂਡ ਸਾਈਡ ਜਿਹੜੀ ਐਗਜ਼ਿਸਟ ਨਹੀਂ ਕਰਦੀ ਹੁੰਦੀ। ਉਸ ਕੇਸ 'ਚ ਅਸੀਂ ਇਹ ਥਿਊਰਮ ਦੀ ਸਟੇਟਮੈਂਟ ਨੂੰ ਕੁਐਸਚਨ ਸੋਲਵ ਕਰਨ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਫੋਰਥ ਪੁਆਇੰਟ ਸਾਡੇ ਕੋਲ ਹੈ, ਕਹਿੰਦੇ ਲਿਮਿਟ ਅਗਰ x ਅਪਰੋਚ ਕਰ ਰਹੀ ਹੈ c ਨੂੰ, fx ਅਪੋਨ gx ਦੇ ਰੱਖਿਆ। ਫੰਕਸ਼ਨ ਸਾਨੂੰ ਦੋ ਦੇ ਰੱਖੇ ਨੇ, ਨਿਊਮੀਨੇਟਰ ਅਤੇ ਡਿਨੋਮੀਨੇਟਰ ਦੇ ਵਿੱਚ ਅਲੱਗ-ਅਲੱਗ। ਤਾਂ ਅਸੀਂ ਨਿਊਮੀਨੇਟਰ ਦੇ ਫੰਕਸ਼ਨ ਦੀ ਲਿਮਿਟ ਅਲੱਗ ਲੈ ਲਾਂਗੇ, ਡਿਨੋਮੀਨੇਟਰ ਵਾਲੇ ਫੰਕਸ਼ਨ ਦੀ ਲਿਮਿਟ ਅਲੱਗ ਲੈ ਸਕਦੇ ਹਾਂ। ਪਰ ਇਹਦੇ ਵਿੱਚ ਵੀ ਸ਼ਰਤ ਹੈ ਵੀ RHS ਸਾਡੀ ਐਗਜ਼ਿਸਟ ਕਰਨੀ ਚਾਹੀਦੀ ਹੈ। ਮਤਲਬ ਆਹ ਜਿਹੜੀ ਸਾਡੀ ਸਾਈਡ ਹੈ ਇਹ ਐਗਜ਼ਿਸਟ ਕਰਨੀ ਚਾਹੀਦੀ ਹੈ ਜਦੋਂ ਅਸੀਂ ਉਹਨੂੰ ਅਲੱਗ-ਅਲੱਗ ਕਰ ਦਾਂਗੇ ਲਿਮਿਟ ਨੂੰ। ਅਤੇ gx ਦੀ ਜਿਹੜੀ ਲਿਮਿਟ ਹੈ ਉਹ ਆਪਣੇ ਕੋਲ 0 ਦੇ ਬਰਾਬਰ ਨਹੀਂ ਹੋਣੀ ਚਾਹੀਦੀ। ਇੱਥੇ ਇੱਕ ਨੋਟ ਹੋਰ ਦੇ ਰੱਖਿਆ ਜੇ, ਕਹਿੰਦੇ ਮੰਨ ਲਓ ਜਿਹੜੀ ਲਿਮਿਟ 0 ਦੇ ਬਰਾਬਰ ਆ ਗਈ, ਮਤਲਬ ਕਹਿਣ ਦਾ ਮਤਲਬ ਆਹ ਜਿਹੜੀ ਲਿਮਿਟ ਹੈ ਇਹ 0 ਦੇ ਇਕੁਅਲ ਆ ਗਈ, ਠੀਕ ਹੈ। ਅਤੇ ਕਹਿੰਦੇ ਇਸ ਕੇਸ ਦੇ ਵਿੱਚ ਵੀ ਸਾਡਾ ਜਿਹੜਾ ਫੰਕਸ਼ਨ ਐਗਜ਼ਿਸਟ ਕਰ ਸਕਦਾ ਕਿਵੇਂ, ਜੇ ਉੱਪਰ ਵੀ ਆਪਣੇ ਕੋਲ ਨਿਊਮੀਨੇਟਰ ਦੀ ਵੀ ਲਿਮਿਟ 0 ਆ ਜੇ ਤਾਂ ਆਪਣੇ ਕੋਲ ਇੱਥੇ 0/0 ਫਾਰਮ ਬਣ ਜੂਗੀ। ਐਲ ਹੌਸਪੀਟਲ ਰੂਲ ਲਗਾ ਦਾਂਗੇ ਤਾਂ ਆਪਣੇ ਕੋਲ ਐਗਜ਼ਿਸਟ ਕਰ ਜੂਗੀ ਲਿਮਿਟ। ਪਰ ਸ਼ਰਤ ਕੀ ਹੈ ਵੀ ਸਾਡੇ ਕੋਲ ਉੱਪਰ ਵਾਲਾ ਫੰਕਸ਼ਨ ਦੀ ਲਿਮਿਟ ਵੀ 0 ਆਉਣੀ ਚਾਹੀਦੀ ਹੈ। ਤਾਂ ਜੇ ਮੰਨ ਲਓ ਉੱਪਰ 1 ਹੋਵੇ ਨੀਚੇ 0 ਹੋਵੇ, ਇਹ ਤਾਂ ਇਨਫਿਨਿਟੀ ਬਣ ਗਈ, ਇਨਡਿਟਰਮੀਨੇਟ ਫਾਰਮ ਬਣ ਗਈ। ਤਾਂ ਇਸ ਕੇਸ ਦੇ ਵਿੱਚ ਜਿਹੜਾ ਆਪਣਾ ਐਗਜ਼ਿਸਟ ਨਹੀਂ ਕਰੂਗੀ। ਪਰ ਜੇ ਮੰਨ ਲਓ ਉੱਪਰ 0 ਬਣ ਜੇ ਅਤੇ ਨੀਚੇ ਵੀ 0 ਬਣ ਜੇ ਲਿਮਿਟ, ਤਾਂ ਆਪਾਂ ਨੂੰ ਕੀ ਕਰ ਸਕਦੇ ਹਾਂ, ਐਲ ਹੌਸਪੀਟਲ ਰੂਲ ਦੇ ਨਾਲ ਸੋਲਵ ਕਰ ਸਕਦੇ ਹਾਂ। ਇਹ ਫੋਰਥ ਜਿਹੜੀ ਆਪਣੀ ਸਟੇਟਮੈਂਟ ਕਹਿੰਦੀ ਹੈ। ਇੱਥੇ ਐਗਜ਼ਾਮਪਲ ਲੈਂਦੇ ਹਾਂ ਰਾਜੇ। ਥਰਡ ਸਟੇਟਮੈਂਟ ਨੂੰ ਜਿਹੜੀ ਆਪਾਂ ਕਿਹਾ ਸੀਗਾ ਵੀ ਰਾਈਟ ਹੈਂਡ ਸਾਈਡ ਕਿਵੇਂ ਐਗਜ਼ਿਸਟ ਨਹੀਂ ਕਰਦੀ ਜਾਂ ਕਰਦੀ ਆ, ਉਹ ਦੇਖ ਲੈਂਦੇ ਹਾਂ। ਐਗਜ਼ਾਮਪਲ ਆ ਸਾਡੇ ਕੋਲ, ਸਪੋਜ਼ ਕਹਿੰਦੇ ਲਿਮਿਟ x ਅਪਰੋਚਿਸ ਟੂ 0 ਸਾਈਨ x ਅਪੋਨ x, ਠੀਕ ਹੈ ਜੀ। ਇਹਨੂੰ ਅਸੀਂ ਲਿਖ ਸਕਦੇ ਹਾਂ ਸਾਈਨ x ਇੰਟੂ 1/x। ਹੁਣ ਇੱਥੇ ਅਗਰ ਮੰਨ ਲਓ ਥਰਡ ਰੂਲ ਅਪਲਾਈ ਕਰੀਏ, ਥਰਡ ਰੂਲ ਕਹਿੰਦਾ ਹੈ ਕਿ ਸਾਡੇ ਕੋਲ ਲਿਮਿਟ x ਅਪਰੋਚਿਸ ਟੂ 0 ਸਾਈਨ x ਹੈ ਇੰਟੂ
ਲਿਮਿਟ x ਅਪਰੋਚਿਸ ਟੂ 0 ਸਾਡੇ ਕੋਲ ਕੀ ਹੈ 1/x। ਹੁਣ ਜਦੋਂ ਤੁਸੀਂ ਇੱਥੇ ਲਿਮਿਟ ਪੁੱਟ ਕਰੋਗੇ ਤਾਂ ਤੁਹਾਡੇ ਕੋਲ ਆਨਸਰ 0 ਆਊਗਾ, ਤੇ ਜਦੋਂ ਤੁਸੀਂ ਇੱਥੇ ਲਿਮਿਟ x ਅਪਰੋਚਿਸ ਟੂ 0 ਪੁੱਟ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਇਨਫਿਨਿਟੀ ਆਊ। ਤਾਂ ਆਪਣੇ ਕੋਲ 0 ਇੰਟੂ ਇਨਫਿਨਿਟੀ ਫਾਰਮ ਬਣ ਗਈ ਹੈ ਨਾ। ਤਾਂ ਆਪਾਂ ਕੀ ਕਵਾਂਗੇ, ਇੱਥੇ ਐਗਜ਼ਿਸਟ ਹੀ ਨਹੀਂ ਕਰਦੀ ਰਾਈਟ ਹੈਂਡ ਸਾਈਡ, ਇਸ ਲਈ ਆਪਾਂ ਇਸ ਕੇਸ ਦੇ ਵਿੱਚ ਮਲਟੀਪਲੀਕੇਸ਼ਨ ਵਾਲਾ ਰੂਲ ਜਿਹੜਾ ਨਹੀਂ ਅਪਲਾਈ ਕਰ ਸਕਦੇ। ਪਰ ਅਗਰ ਗੱਲ ਕਰੀਏ ਫੋਰਥ ਰੂਲ ਦੀ, ਡਿਵਾਈਡ ਵਾਲੇ ਰੂਲ ਦੀ, ਉਹਨੂੰ ਦੇਖ ਲੈਂਦੇ ਅਪਲਾਈ ਕਰ ਸਕਦੇ ਹਾਂ ਕਿ ਨਹੀਂ। ਇੱਥੇ ਆ ਜਾਓ ਜੀ ਆਪਣੇ ਕੋਲ ਲਿਮਿਟ x ਅਪਰੋਚਿਸ ਟੂ 0 ਸਾਈਨ x ਡਿਵਾਈਡਡ ਬਾਈ ਲਿਮਿਟ x ਅਪਰੋਚਿਸ ਟੂ 0 x ਹੈ ਨਾ, ਇਹ ਆਪਣੇ ਕੋਲ ਆ ਜਾਊ x। ਹਾਂ ਹੁਣ ਅਗਰ ਗੱਲ ਕਰੀਏ ਲਿਮਿਟ x ਅਪਰੋਚਿਸ ਟੂ 0 ਸਾਈਨ x ਦੀ, ਤਾਂ ਆਪਣੇ ਕੋਲ ਆਨਸਰ ਆ ਜਾਊ ਸਾਈਨ 0, ਜਿਹਨੂੰ ਅਸੀਂ 0 ਕਹਿ ਸਕਦੇ ਹਾਂ। ਨੀਚੇ ਵੀ ਸਾਡੇ ਕੋਲ ਕਿੰਨਾ ਆ ਗਿਆ 0, ਤਾਂ ਇਹ ਆਪਣੇ ਕੋਲ ਕੀ ਬਣ ਗਈ 0/0 ਫਾਰਮ। ਪਰ ਆਪਾਂ ਕਿਹਾ ਸੀ ਵੀ ਜੇ ਆਪਣੇ ਕੋਲ 0/0 ਫਾਰਮ ਬਣ ਗਈ ਤਾਂ ਅਸੀਂ ਐਲ ਹੌਸਪੀਟਲ ਰੂਲ ਲਾ ਕੇ ਲਿਮਿਟ ਨੂੰ ਐਗਜ਼ਿਸਟ ਕਰਾ ਸਕਦੇ ਹਾਂ। ਉੱਪਰ ਆਪਣੇ ਕੋਲ ਆ ਜਾਊ ਲਿਮਿਟ x ਅਪਰੋਚਿਸ ਟੂ 0 cos x, ਨੀਚੇ ਰਜੇ ਆਪਣੇ ਕੋਲ ਆ ਜਾਊ ਲਿਮਿਟ x ਅਪਰੋਚਿਸ ਟੂ 0 1, ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 1 ਆ ਗਿਆ। ਤਾਂ ਇਸੇ ਤਰ੍ਹਾਂ ਰਜੇ ਤੁਸੀਂ ਕੁਝ ਐਗਜ਼ਾਮਪਲਸ ਨੇ ਜਿਨ੍ਹਾਂ ਉੱਤੇ ਮਲਟੀਪਲੀਕੇਸ਼ਨ ਵਾਲਾ ਰੂਲ ਨਹੀਂ ਅਪਲਾਈ ਕਰ ਸਕਦੇ ਕਿਉਂਕਿ ਉਹਦੀ ਰਾਈਟ ਹੈਂਡ ਸਾਈਡ ਐਗਜ਼ਿਸਟ ਨਹੀਂ ਕਰਦੀ। ਪਰ ਜਦੋਂ ਤੁਸੀਂ ਇਹੀ ਫਾਰਮੂਲੇ ਨੂੰ, ਇਹੀ ਕੁਐਸਚਨ ਨੂੰ ਅਸੀਂ ਡਿਵਾਈਡ ਵਾਲੇ ਰੂਲ ਨਾਲ ਕੀਤਾ, ਜਿਸ 'ਚ ਅਸੀਂ ਲਿਮਿਟ ਨੂੰ ਉੱਪਰ ਨਿਊਮੀਨੇਟਰ ਅਤੇ ਡਿਨੋਮੀਨੇਟਰ 'ਚ ਡਿਸਟਰੀਬਿਊਟ ਕਰਤਾ, ਉਸ ਕੇਸ 'ਚ ਅਸੀਂ ਦੇਖਿਆ ਵੀ ਰਾਈਟ ਹੈਂਡ ਸਾਈਡ ਐਗਜ਼ਿਸਟ ਜਿਹੜੀ ਕਰ ਰਹੀ ਹੈ, ਪਰ ਡਿਨੋਮੀਨੇਟਰ ਜਿਹੜੀ ਹੈ ਲਿਮਿਟ ਆ ਸਾਡੀ ਉਹ 0 ਬਣ ਰਹੀ ਸੀ, ਅਸੀਂ ਐਲ ਹੌਸਪੀਟਲ ਰੂਲ ਲਾ ਕੇ ਉਹਨੂੰ ਐਗਜ਼ਿਸਟ ਕਰਵਾਇਆ। ਇਹ ਸੀ ਆਪਣੇ ਕੋਲ ਫੋਰਥ ਸਟੇਟਮੈਂਟ। ਫਿਫਥ ਸਟੇਟਮੈਂਟ ਹੈ ਸਰ ਅਜੇ, ਕਹਿੰਦੇ ਲਿਮਿਟ x ਅਪਰੋਚਿਸ ਟੂ 0 1/fx ਦਿੱਤਾ ਹੋਵੇ ਤਾਂ ਤੁਸੀਂ ਉਸ ਨੂੰ ਲਿਖ ਸਕਦੇ ਹੋ ਲਿਮਿਟ x ਅਪਰੋਚਿਸ ਟੂ c ਜਾਂ ਲਿਮਿਟ x ਅਪਰੋਚਿਸ ਟੂ ਐਨੀਥਿੰਗ fx, ਕਿਉਂਕਿ ਰਜੇ 1 ਦੀ ਜਿਹੜੀ ਲਿਮਿਟ ਉਸ ਤਾਂ ਕੁਝ ਵੀ ਨਹੀਂ ਆਊਗੀ, 1 ਹੀ ਲਿਖਾਂਗੇ। ਤਾਂ ਇਸ ਕੇਸ ਦੇ ਵਿੱਚ ਕਹਿੰਦੇ ਇਹ ਟਰੂ ਉਦੋਂ ਹੋ ਐਗਜ਼ਿਸਟ ਉਦੋਂ ਕਰੂ ਆ ਪੂਰੀ ਦੀ ਪੂਰੀ ਲਿਮਿਟ ਜਦੋਂ ਆਪਣੀ ਰਾਈਟ ਹੈਂਡ ਐਗਜ਼ਿਸਟ ਕਰੂਗੀ ਅਤੇ ਉਹ ਨੋਨ ਜ਼ੀਰੋ ਹੋਊਗੀ। ਜੇ ਇੱਥੇ ਲਿਮਿਟ x ਅਪਰੋਚਿਸ ਟੂ c f ਆਫ x ਬਰਾਬਰ ਹੋ ਗਿਆ 0 ਦੇ, ਤਾਂ ਆਪਣੇ ਕੋਲ ਕੀ ਬਣ ਜੂਗਾ, ਇਹ ਬਣ ਜੂ ਆਹ ਵਾਲਾ ਕੰਸੈਪਟ ਕੀ ਬਣ ਜੂ ਪੂਰੇ ਦਾ ਪੂਰਾ। ਅਗਰ ਗੱਲ ਕਰੀਏ ਪੂਰੇ ਦਾ ਪੂਰਾ ਕੀ ਬਣ ਜੂ, ਇਹ ਬਣ ਜੂ ਆਪਣੇ ਕੋਲ ਰਜੇ ਆ ਪੂਰੇ ਦਾ ਪੂਰਾ, ਇਹ ਬਣ ਜੂ 1/0 ਵਿਚ ਇਜ਼ ਇਨਫਿਨਿਟੀ ਨਾਟ ਐਗਜ਼ਿਸਟ। ਤਾਂ ਕਹਿਣ ਦਾ ਮਤਲਬ ਇਹ 0 ਦੇ ਬਰਾਬਰ ਨਹੀਂ ਹੋਣਾ ਚਾਹੀਦਾ, ਇੱਕ ਤਾਂ ਇਹ ਸ਼ਰਤ ਹੈ, ਅਤੇ ਦੂਜੀ ਸ਼ਰਤ ਹੈ ਵੀ ਇਹ ਜਿਹੜਾ ਆਪਣੇ ਕੋਲ ਐਗਜ਼ਿਸਟ ਕਰਨਾ ਚਾਹੀਦਾ ਰਾਈਟ ਹੈਂਡ ਸਾਈਡ। ਠੀਕ ਹੈ ਜੀ, ਇਹ ਦੋਨੇ ਸ਼ਰਤਾਂ ਜਦੋਂ ਲਾਗੂ ਹੋਣਗੀਆਂ ਉਦੋਂ ਹੀ ਅਸੀਂ ਲਿਮਿਟ ਨੂੰ ਡਿਨੋਮੀਨੇਟਰ ਦੇ ਵਿੱਚ ਪਾਸ ਆਊਟ ਕਰ ਸਕਦੇ ਹਾਂ। ਨੈਕਸਟ ਹੈ ਸਾਡੇ ਕੋਲ ਜੇ ਬਹੁਤ ਯੂਜ਼ ਹੁੰਦੀ ਹੈ ਇਹ ਸਟੇਟਮੈਂਟ, ਸਿਕਸਥ ਸਟੇਟਮੈਂਟ ਜਿਹੜੀ ਹੈ, ਕਹਿੰਦੇ x ਅਪਰੋਚਿਸ ਟੂ c e ਦੀ ਪਾਵਰ fx ਇਜ਼ ਇਕੁਅਲ ਟੂ e ਦੀ ਪਾਵਰ ਲਿਮਿਟ x ਅਪਰੋਚਿਸ ਟੂ c fx। ਕਹਿਣ ਦਾ ਮਤਲਬ ਕੀ ਐਗਜ਼ਾਮਪਲ ਹੈ ਸਾਡੇ ਕੋਲ ਕਿ ਲਿਮਿਟ x ਅਪਰੋਚ ਟੂ c ਕਰ ਰਹੀ ਹੈ, e ਦੀ ਪਾਵਰ ਦੇ ਰੱਖੀ ਹੈ ਸਾਨੂੰ ਕੁਆਡਰੇਟਿਕ ਇਕੁਏਸ਼ਨ, ਤਾਂ ਅਸੀਂ ਲਿਮਿਟ ਫਾਈਂਡ ਆਊਟ ਕਰਨੀ ਹੈ। ਤਾਂ ਕਹਿੰਦੇ ਘਬਰਾਉਣਾ ਨਹੀਂ ਹੈ, ਲਿਮਿਟ ਨੂੰ ਜਿਹੜੀ ਹੈ ਚੱਕ ਕੇ e ਦੀ ਪਾਵਰ 'ਚ ਲੈ ਜਾਣਾ। ਇੱਥੇ ਅਸੀਂ ਲਿਮਿਟ ਨੂੰ e ਦੀ ਪਾਵਰ 'ਚ ਚੱਕ ਕੇ ਲੈ ਗਏ ਤਾਂ ਸਾਡੇ ਕੋਲ ਕਿੰਨਾ ਆ ਜਾਊਗਾ ਆਨਸਰ, ਅਸੀਂ ਹੁਣ ਡਾਇਰੈਕਟ ਵੈਲਿਊ ਪੁੱਟ ਕਰ ਦਾਂਗੇ 2² + 8 - 3, ਤਾਂ ਆਨਸਰ ਕਿੰਨਾ ਆ ਗਿਆ 12 - 3 ਕਿੰਨਾ ਆ ਗਿਆ ਜੇ e ਦੀ ਪਾਵਰ ਆਪਣੇ ਕੋਲ ਕਿੰਨਾ ਆ ਗਈ 9 ਆ ਗਈ। ਤਾਂ ਇਸ ਤਰ੍ਹਾਂ ਜਿਹੜੇ ਇਹ ਸਟੇਟਮੈਂਟਸ ਨੇ ਬਹੁਤ ਯੂਜ਼ਫੁਲ ਨੇ, ਉਲਝ ਜਾਂਦੇ ਹਾਂ ਅਸੀਂ ਪੇਪਰ ਆ ਜਾਏ। ਹੁਣ ਪੇਪਰ ਦੇ ਵਿੱਚ ਇੱਦਾਂ ਦਾ ਕੁਐਸਚਨ ਦੇਖਣ ਨੂੰ ਮਿਲ ਜੇ ਤੁਹਾਨੂੰ ਤਾਂ ਐਂ ਲੱਗੂ ਵੀ ਭੂਤ ਹੀ ਆ ਗਿਆ, ਕਿਉਂਕਿ ਸਾਨੂੰ ਇਹ ਤਾਂ ਪਤਾ ਹੀ ਨਹੀਂ ਕੀ ਕਰਨਾ। ਡਾਇਰੈਕਟ ਵੈਲਿਊ ਪੁੱਟ ਕਰ ਸਕਦੇ ਕਈ ਬੱਚੇ, ਉਹ ਕਾਮਯਾਬ ਹੋ ਜਾਣਗੇ, ਲੇਕਿਨ ਕਈਆਂ ਨੂੰ ਸਮਝ ਹੀ ਨਹੀਂ ਆਉਣੀ ਵੀ ਕਰਨਾ ਕੀ ਹੈ। ਇਸ ਲਈ ਜਿਹੜੀਆਂ ਸਟੇਟਮੈਂਟਸ ਨੇ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਨੇ। ਸੈਵਨਥ ਸਾਡੇ ਕੋਲ ਸਟੇਟਮੈਂਟ ਹੈ, ਕਹਿੰਦੇ ਲਿਮਿਟ x ਅਪਰੋਚਿਸ ਟੂ 0 ਹੋਵੇ ਸਾਈਨ x ਦੀ ਵੈਲਿਊ ਜਿਹੜੀ ਆ ਉਹ ਬਰਾਬਰ ਹੋਊਗੀ 0 ਦੇ। ਇਹ ਰਿਜ਼ਲਟ ਜਿਹੜਾ ਸਟੇਟਮੈਂਟ ਕਿੱਥੋਂ ਆਈ, ਅਸੀਂ ਰੂਲ 2 ਪੜ੍ਹਿਆ ਸੀ। ਰੂਲ 2 ਕਹਿੰਦਾ ਵੀ ਤੁਹਾਨੂੰ ਅਗਰ ਗ੍ਰੇਟੈਸਟ ਇੰਟੀਜਰ ਫੰਕਸ਼ਨ ਹੋਵੇ, ਬ੍ਰੇਕਅਪ ਫੰਕਸ਼ਨ ਹੋਵੇ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮੋਡੂਲਸ ਫੰਕਸ਼ਨ ਹੋਵੇ, ਇਹਨਾਂ ਤਿੰਨਾਂ ਤੋਂ ਇਲਾਵਾ ਕੋਈ ਹੋਰ ਫੰਕਸ਼ਨ ਹੋਵੇ, ਤਾਂ ਤੁਸੀਂ ਰੂਲ 2 ਕਹਿੰਦਾ ਡਾਇਰੈਕਟ x ਦੀ ਜਗ੍ਹਾ 'ਤੇ ਵੈਲਿਊ ਪੁੱਟ ਕਰ ਦਿਆ ਕਰੋ a ਦੀ। ਜਦੋਂ ਅਸੀਂ ਇਸ ਕੇਸ ਦੇ ਵਿੱਚ ਵੈਲਿਊ ਪੁੱਟ ਕਰਾਂਗੇ x ਦੀ ਜਗ੍ਹਾ 0 ਦੀ, ਤਾਂ ਸਾਡੇ ਕੋਲ ਲਿਮਿਟ x ਅਪਰੋਚਿਸ ਟੂ 0 ਸਾਈਨ x ਕਾਹਦੇ ਬਰਾਬਰ ਆ ਜਾਊਗਾ, ਉਹ ਆ ਜਾਊਗਾ ਰਜੇ ਸਾਈਨ 0 ਦੇ, ਜਿਹਦੀ ਵੈਲਿਊ ਹੁੰਦੀ ਹੈ 0। ਇਸੇ ਤਰ੍ਹਾਂ ਹੀ 8th ਜਿਹੜੀ ਆਪਾਂ ਲਿਮਿਟ ਸੋਲਵ ਕੀਤੀ ਹੈ, ਇਸੇ ਤਰ੍ਹਾਂ ਹੀ 9th ਲਿਮਿਟ ਸੋਲਵ ਕੀਤੀ ਹੈ। ਹੁਣ ਆ ਗਏ ਅਸੀਂ 10ਵੀਂ ਜਿਹੜੇ ਆਪਣੀ ਸਟੇਟਮੈਂਟ 'ਤੇ, ਉਹ ਕਹਿੰਦੇ ਵੀ ਲਿਮਿਟ x ਅਪਰੋਚ ਟੂ 0 ਸਾਈਨ x ਅਪੋਨ ਕੀ ਦੇ ਰੱਖਿਆ x ਦੇ ਰੱਖਿਆ। ਹੁਣ ਰਜੇ ਜੇ ਅਗਰ ਅਸੀਂ ਯੂਜ਼ ਕਰਾਂਗੇ ਮਲਟੀਪਲੀਕੇਸ਼ਨ ਵਾਲਾ ਫਾਰਮੂਲਾ ਤਾਂ ਇਹ ਸੋਲਵ ਆਊਟ ਨਹੀਂ ਹੋਣਾ। ਅਸੀਂ ਕੀ ਕੀਤਾ, ਲਿਮਿਟ ਨੂੰ ਸਾਈਨ x ਦੇ ਨਾਲ ਵੀ ਵੰਡ ਦਿੱਤਾ ਅਤੇ ਲਿਮਿਟ ਨੂੰ ਜਿਹੜਾ ਹੈ ਅਸੀਂ x ਅਪਰੋਚਿਸ ਟੂ 0 x ਦੇ ਨਾਲ ਵੀ ਵੰਡ ਦਿੱਤਾ। ਤਾਂ ਆਪਣੇ ਕੋਲ ਇੱਥੇ ਕੀ ਬਣ ਗਈ 0/0 ਫਾਰਮ। ਫਿਰ ਅਸੀਂ ਕੀ ਕੀਤਾ ਸੀ ਰਜੇ ਐਲ ਹੌਸਪੀਟਲ ਰੂਲ ਲਗਾਇਆ ਸੀ। ਤਾਂ ਲਿਮਿਟ x ਅਪਰੋਚਿਸ ਟੂ 0 cos x ਡਿਵਾਈਡਡ ਬਾਈ ਲਿਮਿਟ x ਅਪਰੋਚਿਸ ਟੂ 0 1, ਤਾਂ ਆਨਸਰ ਆਪਣਾ ਕਿੰਨਾ ਆ ਗਿਆ ਸੀ
1। ਤਾਂ ਡਾਇਰੈਕਟ ਜਿਹੜਾ ਤੁਸੀਂ ਯਾਦ ਰੱਖਣਾ ਹੈ ਵੀ ਜਦੋਂ ਇੱਥੇ ਪਾਵਰ 'ਚ x ਹੈ ਨੀਚੇ ਵੀ x ਹੈ, ਸੇਮ ਹੋਣਾ ਚਾਹੀਦਾ ਹੈ। ਅਗਰ ਡਾਇਰੈਕਟ ਯਾਦ ਕਰਨਾ ਹੈ ਤੇ ਲਿਮਿਟ ਜਿਹੜੀ ਹੈ x ਜਿਹੜੀ ਹੈ ਅਪਰੋਚ ਕਰ ਰਹੀ ਹੈ 0 ਨੂੰ, ਤਾਂ ਆਨਸਰ ਸਾਡਾ ਕੀ ਆਊਗਾ 1 ਆਊਗਾ। ਐਗਜ਼ਾਮਪਲ ਦੇਖਦੇ ਹਾਂ, ਸਾਈਨ 2x ਡਿਵਾਈਡਡ ਬਾਈ 2x ਲਿਮਿਟ x ਅਪਰੋਚਿਸ ਟੂ 0। ਇੱਦਾਂ ਦੀ ਤੁਹਾਨੂੰ ਐਗਜ਼ਾਮਪਲ ਆ ਗਈ ਮੰਨ ਲਓ। ਹੁਣ ਬੱਚੇ ਕੀ ਕਰਨਗੇ, ਇੱਥੇ ਦੇਖਣਗੇ ਵੀ ਹਾਂ ਇੱਥੇ x ਹੈ, ਠੀਕ ਹੈ, ਇੱਥੇ x ਹੈ, ਲੇਕਿਨ ਅਸੀਂ ਤਾਂ x ਵਾਲਾ ਪੜ੍ਹਿਆ ਸੀ, ਇੱਥੇ ਤਾਂ 2x ਹੈਗਾ। ਤਾਂ ਉਹ ਕੀ ਕਹਿਣਗੇ ਜੀ ਇਹਦੇ ਉੱਤੇ 1 ਵਾਲਾ ਕੰਸੈਪਟ ਲੱਗਣਾ ਹੀ ਨਹੀਂ। ਲੇਕਿਨ ਰਾਜੇ ਇਹ ਚੀਜ਼ ਨਾ ਭੁੱਲੋ ਕਿ ਇੱਥੇ ਜੋ ਵੈਲਿਊ ਹੈ ਆਪਣੇ ਕੋਲ ਐਂਗਲ ਦੇ ਵਿੱਚ, ਉਹੀ ਆਪਣੇ ਕੋਲ ਡਿਨੋਮੀਨੇਟਰ 'ਚ ਹੋਊਗੀ, ਤਾਂ ਹੀ ਆਪਣਾ ਇਹ ਰੂਲ ਜਿਹੜਾ ਵੈਲਿਡ ਹੋਊਗਾ। ਅਗਰ ਆਪਾਂ ਇਹਨੂੰ ਸੋਲਵ ਕਰੀਏ ਫਾਰਮੂਲੇ ਦੇ ਨਾਲ, ਤਾਂ x ਅਪਰੋਚਿਸ ਟੂ 0 ਸਾਈਨ 2x ਡਿਵਾਈਡਡ ਬਾਈ ਲਿਮਿਟ x ਅਪਰੋਚਿਸ ਟੂ 0 2x। ਠੀਕ ਹੈ ਜੀ। ਹੁਣ ਆਪਣੇ ਕੋਲ ਫਿਰ ਤੋਂ ਇਹ ਬਣ ਗਈ 0/0 ਫਾਰਮ, ਤਾਂ ਆਪਾਂ ਅਪਲਾਈ ਕਰਾਂਗੇ ਐਲ ਹੌਸਪੀਟਲ ਰੂਲ। ਤਾਂ ਇੱਥੇ ਆਪਣੇ ਕੋਲ ਆ ਜਾਊ ਲਿਮਿਟ x ਅਪਰੋਚਿਸ ਟੂ 0 cos 2x ਇੰਟੂ 2 ਡਿਵਾਈਡਡ ਬਾਈ ਲਿਮਿਟ x ਅਪਰੋਚਿਸ ਟੂ 0 2 ਆ ਗਿਆ। ਆਹ 2 ਨਾਲ 2 ਕੈਂਸਲ ਆਊਟ ਹੋ ਗਿਆ, ਤਾਂ ਆਨਸਰ ਕਿੰਨਾ ਆ ਗਿਆ 1। ਤਾਂ ਤੁਸੀਂ ਦੇਖੋਗੇ ਕਿ ਰਾਜੇ ਜਦੋਂ ਵੀ ਆਪਣੇ ਕੋਲ ਐਂਗਲ ਜੋ ਹੈ, ਜੋ ਦੇ ਰੱਖਿਆ ਐਂਗਲ ਸਾਈਨ ਦੇ ਨਾਲ, ਉਹੀ ਵੈਲਿਊ ਸਾਡੇ ਕੋਲ ਡਿਨੋਮੀਨੇਟਰ ਦੇ ਵਿੱਚ ਹੋਵੇ ਤੇ x ਜਿਹੜਾ 0 ਨੂੰ ਅਪਰੋਚ ਕਰਨਾ ਚਾਹੀਦਾ। ਜਦੋਂ ਇਹ ਤਿੰਨੇ ਚੀਜ਼ਾਂ ਰਲ ਗਈਆਂ ਤਾਂ ਆਨਸਰ ਆਪਣਾ ਡਾਇਰੈਕਟ 1 ਲਿਖ ਸਕਦੇ ਹਾਂ। ਹੁਣ ਅਗਰ ਗੱਲ ਕਰੀਏ tan x ਦੀ, tan x ਦੇ ਵਿੱਚ ਵੀ ਇਹੀ ਸੇਮ ਕੇਸ ਹੈ, ਐਂਗਲ ਜੋ ਹੈ ਉਹੀ ਡਿਨੋਮੀਨੇਟਰ ਦੇ ਵਿੱਚ ਹੈ ਤੇ x 0 ਨੂੰ ਅਪਰੋਚ ਕਰ ਰਿਹਾ, ਤਾਂ ਆਨਸਰ ਕੀ ਆ ਜੂ 1 ਆ ਜੂ। ਨੈਕਸਟ ਆ ਸਾਡੇ ਕੋਲ 12th ਸਟੇਟਮੈਂਟ, ਕਹਿੰਦੇ ਲਿਮਿਟ x ਅਪਰੋਚਿਸ ਟੂ ਅਗਰ 0 ਦੇ ਹੋਵੇ